समाज 'ਚ ਇੱਕ ਬਹੁਤ ਹੋਰ ਵੱਡੀ ਪ੍ਰੋਬਲਮ ਹੈਗੀ ਆ। ਫॉर ਐਗਜ਼ਾਮਪਲ ਇਹ ਬੱਚੀ ਦੀ ਡੈਥ ਹੋ ਗਈ ਹੈ ਨਾ, ਇਹ ਪਿੰਡ ਚੋਂ ਬਿਲੋਂਗ ਕਰਦੀ ਆ। ਜੇ ਉੱਥੇ ਉਹ ਕਹਿਣਗੇ ਪ੍ਰੋਫੈਸਰ ਨੇ ਐਂ ਕਿਹਾ ਉਹ ਕਿਹਾ, ਤਾਂ ਉਹ ਉਹਦੇ ਰੋਂਗ ਕਨੋਟੇਸ਼ਨਸ ਕੱਢਣ ਲੱਗ ਜਾਂਦੇ ਆ ਕਿ ਤੇਰੇ ਮਰ ਗਈ ਹੋਵੇਂ ਜਾਂ ਇਹ ਆ। ਯੂਨੀਵਰਸਿਟੀ 'ਚ ਮੌਬ ਲਿੰਚਿੰਗ ਹੋਈ ਹੈ, ਪ੍ਰੋਫੈਸਰ ਸੁਰਜੀਤ ਦੇ ਨਾਲ ਜੋ ਕੁੱਟਮਾਰ ਹੋਈ ਹੈ, ਉਹ ਇੱਕ ਭੀੜ ਨੇ ਆ ਕੇ ਇੱਕਦਮ ਹਮਲਾ ਕੀਤਾ। ਇਹਨੂੰ ਮੌਬ ਲਿੰਚਿੰਗ ਕਹਿਣਾ ਕਿੱਥੋਂ ਕੁ ਤੱਕ ਜਾਇਜ਼ ਹੈ? ਉਹਦੀ ਆਪ ਦੀ FIR ਪ੍ਰੋਫੈਸਰ ਦੀ ਇਹ ਕਹਿੰਦੀ ਆ ਕਿ VC ਨੇ ਕਿਹਾ ਕਿ ਵੀ ਬਾਹਰ ਬੱਚੇ ਬਹੁਤ ਗੁੱਸੇ 'ਚ ਆ। ਜੇ ਬੱਚੇ ਬਾਹਰ ਗੁੱਸੇ 'ਚ ਆ ਤਾਂ ਨੈਚੁਰਲੀ ਇਹ ਗੱਲ ਆ ਕਿ ਵੀ ਉਹਨਾਂ ਨੇ ਕੁਝ ਭੜਕਾਹਟ ਦਾ ਕਾਰਨ ਹੋਊਗਾ, ਉਹ ਜਿਹੜਾ ਬੋਇਲ ਹੋ ਰਿਹਾ ਬਹੁਤ ਦੇਰ। ਜਦੋਂ ਤੁਹਾਡੀ ਇਹ ਇੰਟਰਵਿਊ ਚੱਲਣੀ ਹੈ ਨਾ, ਦੇਖਣ ਵਾਲੇ ਨੇ ਕਹਿਣਾ ਕਿ ਇਹ ਸਿੱਖ ਹੈ, ਇਹ ਵਰਸਸ ਕਾਮਰੇਡ ਹੈ, ਸਿੱਖ ਵਰਸਸ ਕਾਮਰੇਡ ਇਹ ਮਸਲਾ ਆ। ਇਹ ਗੱਲ ਉਹਨਾਂ ਨੂੰ ਵੀ ਕਹਿਣੀ ਸ਼ੋਭਾ ਨਹੀਂ ਦਿੰਦੀ। ਮੇਰਾ ਖਿਆਲ ਇਹ ਲੈਫਟ ਕਾਮਰੇਡ ਸਿੱਖ ਫਲਾਨੀ ਚੀਜ਼ ਚੋਂ ਨਿਕਲ ਕੇ ਮੇਰਾ ਖਿਆਲ ਆਪਦੀ ਬੱਚੀ ਵੱਲ ਵੇਖ ਕੇ ਉਧਰ ਅੰਤਰ ਝਾਤ ਮਾਰ ਤੇ ਸ਼ਾਇਦ ਪਤਾ ਲੱਗੇ ਕਿ ਇਹ ਮਸਲਾ ਇਨਸਾਨੀਅਤ ਦਾ ਹੈ, ਇਹ ਇੱਕ ਵੈਲਿਊ ਸਿਸਟਮ ਦਾ ਮਸਲਾ ਹੈ, ਕਿਸੇ ਦਾ ਨਹੀਂ ਗਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥਣ ਜਸ਼ਨਦੀਪ ਦੇ ਮੌਤ ਮਾਮਲੇ ਦੇ ਵਿੱਚ ਡਾਕਟਰ ਸੁਰਜੀਤ ਨੂੰ ਲੈ ਕੇ ਜੋ ਵਿਦਿਆਰਥੀਆਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਯੂਨੀਵਰਸਿਟੀ ਮੇਨ ਗੇਟ ਤੇ ਕੀਤਾ ਜਾ ਰਿਹਾ ਸੀ, ਉਸੇ ਮਾਮਲੇ ਦੇ ਵਿੱਚ ਅੱਜ ਇੱਕ ਬੈਠਕ ਜਿਹੜੀ ਹੈ ਉਹ ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਦੇ ਦਫ਼ਤਰ ਦੇ ਵਿੱਚ ਹੋਈ ਹੈ, ਜਿਸ ਦੇ ਵਿੱਚ DC ਪਟਿਆਲਾ ਉਹ ਵੀ ਜਿਹੜੇ ਮੌਜੂਦ ਸਨ। ਇਸ ਤੋਂ ਇਲਾਵਾ ਲੱਖਾ ਸਿਧਾਣਾ ਅਤੇ ਨਾਲ ਦੀ ਨਾਲ ਅਜੇਪਾਲ ਬਰਾੜ ਵੀ ਮੌਜੂਦ ਸਨ, SSP ਵੀ ਸਨ ਪਟਿਆਲਾ ਦੇ, ਤੇ ਜਸ਼ਨਦੀਪ ਕੌਰ ਦੇ ਮਾਪੇ ਵੀ ਸਨ। ਇਹਨਾਂ ਸਾਰਿਆਂ ਦੇ ਵੱਲੋਂ ਮਿਲ ਕੇ ਇੱਕ ਬੈਠਕ ਕੀਤੀ ਗਈ ਹੈ। ਬੈਠਕ ਦੇ ਵਿੱਚ ਕੀ ਕੁਝ ਖਾਸ ਰਿਹਾ ਹੈ ਤੇ ਕਿਸ ਹੱਲ ਦੇ ਨਾਲ ਬੈਠਕ ਜਿਹੜੀ ਉਹ ਸਮਾਪਤ ਹੋਈ ਹੈ, ਉਸ ਦੇ ਬਾਰੇ ਗੱਲਬਾਤ ਕਰ ਰਹੇ ਹਾਂ। ਸਾਡੇ ਨਾਲ ਇਸ ਸਮੇਂ ਅਜੇਪਾਲ ਬਰਾੜ ਨੇ। ਅਜੇਪਾਲ ਜੀ, ਸਭ ਤੋਂ ਪਹਿਲਾਂ ਤਾਂ ਇਹ ਸਮਝਣਾ ਚਾਹੂੰਗੀ ਕਿ ਮੀਟਿੰਗ ਹੋਈ ਹੈ, ਪਹਿਲਾਂ ਵੀ ਮੀਟਿੰਗਾਂ ਹੋਈਆਂ ਨੇ, ਮੀਟਿੰਗ ਦੇ ਵਿੱਚ ਇਸ ਪੂਰੇ ਮਸਲੇ ਨੂੰ ਵਿਚਾਰਿਆ ਕਿਸ ਤਰੀਕੇ ਦੇ ਨਾਲ ਜਾ ਰਿਹਾ? ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਚੀਜ਼ ਹੋਈ ਹੈ ਉਸ ਤੋਂ ਬਾਅਦ ਵੱਖਰੇ ਇਸ਼ੂਜ਼ ਬਣ ਗਏ, ਸਿੱਖ ਵਰਸਸ ਕਾਮਰੇਡ ਬਣ ਗਿਆ। ਇਸ ਤੋਂ ਇਲਾਵਾ ਇੱਕ ਧਿਰ ਜਿਹੜੀ ਹੈ ਉਹ ਸਟੂਡੈਂਟਸ ਦੀ ਜਿਹੜੇ ਪ੍ਰੋਫੈਸਰ ਨੇ ਉਸ ਦੇ ਪੱਖ 'ਚ ਹੈ, ਇੱਕ ਵਿਦਿਆਰਥਣਾਂ ਦੇ ਪੱਖ ਦੇ ਵਿੱਚ ਹੈ। ਮਸਲੇ ਨੂੰ ਅੰਦਰ ਵਿਚਾਰਿਆ ਕਿਸ ਆਈਡੀਓਲੋਜੀ ਦੇ ਨਾਲ ਗਿਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਸੇ ਜੀ ਇਹ ਮਸਲਾ ਕਿਸੇ ਆਈਡੀਓਲੋਜੀ ਤੇ ਤਾਂ ਵਿਚਾਰਨ ਵਾਲਾ ਨਹੀਂ ਸੀ, ਕਿਉਂਕਿ ਇੱਕ ਬੱਚੇ ਦੀ ਮੌਤ ਹੋਈ ਆ, ਉਦੋਂ ਬਾਅਦ ਬਹੁਤ ਪੁਰਾਣਾ ਰਿਕਾਰਡ ਹੈ ਇੱਕ ਕਿ ਜਿਹਦੇ ਵਿੱਚੋਂ ਪ੍ਰੋਫੈਸਰ ਤੰਗ ਕਰਦੇ ਆਏ ਆ, ਤੇ ਇੱਕ ਸਿਸਟੈਮਿਕ ਪ੍ਰੋਬਲਮ ਹੈਗੀ ਆ। ਤੇ ਉਹਦੇ 'ਚ ਵਾਈਸ ਚਾਂਸਲਰ ਨੂੰ ਨਹੀਂ ਅਸੀਂ ਬਿਠਾਇਆ ਵਿੱਚ, ਬਿਕੋਜ਼ ਅਸੀਂ ਉਹਨਾਂ ਨੂੰ ਵੀ ਧਿਰ ਮੰਨਦੇ ਸੀਗੇ। ਤੇ ਸਾਡੇ ਕੋਲ DC ਸਾਹਿਬਾਂ ਸੀਗੇ ਤੇ ਆਪਣਾ ਪੁਲਿਸ ਡਿਪਾਰਟਮੈਂਟ ਤੋਂ ਕੁਝ ਸੀਗੇ, ਤੇ 2 ਪ੍ਰੋਫੈਸਰਸ ਲੇਡੀ ਪ੍ਰੋਫੈਸਰਸ ਸੀਗੀਆਂ ਜਿਹੜੀਆਂ ਯੂਨੀਵਰਸਿਟੀ ਦੀਆਂ ਸੀਗੀਆਂ। ਤਾਂ ਫਾਈਨਲੀ ਇਹ ਕਿਹਾ ਗਿਆ ਕਿ ਵੀ ਆਹ ਸਾਡੀਆਂ ਡਿਮਾਂਡਸ ਹੈਗੀਆਂ, ਤੇ ਉਹਨਾਂ ਡਿਮਾਂਡਸ ਦੇ ਉੱਤੇ ਉਹਨਾਂ ਨੇ ਵਿਚਾਰ ਕੀਤਾ। ਪਹਿਲੀ ਗੱਲ ਤਾਂ ਕਿ ਇਹ ਡੈਥ ਪਿਓਰਲੀ ਨੈਚੁਰਲ ਨਹੀਂ ਗਈ, ਇਹਦੇ ਵਿੱਚ ਇਹ ਹੈ ਕਿ ਉਹਦੀ ਡਿਜ਼ੀਜ਼ ਨੂੰ ਐਗਰੀਵੇਟ ਕੀਤਾ ਗਿਆ, ਜਿਹਦੇ ਕਰਕੇ ਇਹ ਡੈਥ ਹੋਈ। ਇਹਨੂੰ ਨੈਚੁਰਲ ਨਹੀਂ ਮੰਨਿਆ ਜਾ ਸਕਦਾ। ਤੇ ਜਿਹਦੇ ਐਵਜ਼ 'ਚ ਉਹਨਾਂ ਨੇ ਹੈਗਾ ਫੈਮਿਲੀ ਨਾਲ ਉਹਦੇ ਮਤਲਬ ਜਿਹੜਾ ਉਹਨਾਂ ਦਾ ਬੱਚਾ ਹੈਗਾ ਉਹਨੂੰ ਇੱਕ ਨੌਕਰੀ ਦੇਣ ਦੀ ਗੱਲ ਕੀਤੀ ਆ, ਤੇ ਹੋਰ ਉਹਦੀ ਪੜ੍ਹਾਈ, ਉਹਨਾਂ ਦੀ ਪਰਿਵਾਰ 'ਚ ਇੱਕ ਬੱਚੇ ਦੀ ਪੜ੍ਹਾਈ ਮੁਫਤ ਕਰਨ ਦੀ ਗੱਲ ਕੀਤੀ ਹੈਗੀ ਆ। ਤੇ ਉਹ ਪਰਿਵਾਰ ਨਾਲ ਉਹਨਾਂ ਦੀ ਸਹਿਮਤੀ ਬਣ ਗਈ ਆ। ਉਹ ਪਰਿਵਾਰ ਦਾ ਨਿਰੋਲ ਡਿਸੀਜਨ ਸੀ, ਉਹ ਸਾਡਾ ਕਿਸੇ ਦਾ ਨਹੀਂ ਸੀ। ਉਹਨਾਂ ਨੇ ਕਿਹਾ ਵੀ ਇਹ ਪਰਿਵਾਰ ਹੀ ਡਿਸਾਈਡ ਕਰੂਗਾ, ਉਹਦੇ 'ਚ ਉਹ ਅਗਰੀ ਕਰਦਾ ਪਰਿਵਾਰ। ਉਸ ਤੋਂ ਇਲਾਵਾ ਜਿਹੜੀਆਂ ਦੂਜੇ ਇਸ਼ੂ ਸੀਗੇ, ਪਹਿਲਾ ਇਸ਼ੂ ਸੀਗਾ ਕਿ ਪ੍ਰੋਫੈਸਰ ਨੂੰ ਕਿਸ ਤਰੀਕੇ ਦੀ ਕਿਵੇਂ ਆਪਾਂ ਕਿ ਅਗਾਂਹ ਤੋਂ ਇੰਨੀਆਂ ਘਟਨਾਵਾਂ ਨਾ ਹੋਣ ਜਾਂ ਪਿੱਛੇ ਉਹਨੇ ਕੁਝ ਕੀਤਾ ਤਾਂ ਉਹਦਾ ਕੀ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ। ਤਾਂ ਉਹਦੇ ਵਾਸਤੇ ਪਹਿਲਾਂ ਇੱਕ ਸਿਰਫ ਸਿਟਿੰਗ ਜੱਜ ਸੀਗਾ, ਉਹਨਾਂ ਨੇ ਇੱਕ ਰਿਟਾਇਰਡ ਜੱਜ ਲਾਉਣਾ ਸੀ ਉਹਨਾਂ ਨੇ ਇਸ ਇਨਕੁਆਇਰੀ ਵਾਸਤੇ। ਤੇ ਸਾਡੀ ਡਿਮਾਂਡ ਇਹ ਸੀਗੀ ਕਿ ਇਕੱਲੇ ਇੱਕ ਰਿਟਾਇਰਡ ਜੱਜ ਦੀ ਗੱਲ ਨਹੀਂ ਗੀ ਇਹਦੇ ਵਿੱਚ, ਕਿਉਂਕਿ ਬੱਚੀਆਂ ਦਾ ਸਵਾਲ ਆ। ਉਹ ਆ ਕੇ ਸਪੋਜ਼ ਮੇਰੀ ਉਮਰ ਦੇ ਬੰਦੇ ਕੋਲੇ ਕਿਵੇਂ ਦੱਸਣੀ ਹੈ ਕਿ ਸਾਡੇ ਨਾਲ ਕਿਸ ਤਰੀਕੇ ਦਾ ਬਿਹੇਵੀਅਰ ਹੋਇਆ। ਤਾਂ ਉਹਦੇ ਵਾਸਤੇ ਸਾਡਾ ਇੱਕ ਪਹਿਲੀ ਡਿਮਾਂਡ ਇਹ ਸੀ ਕਿ ਇੱਕ ਲੇਡੀ ਵੀ ਨਾਲ ਇਨਵੋਲਵ ਹੋਣੀ ਚਾਹੀਦੀ ਹੈ। ਉਹਦੇ ਵਿੱਚ ਡਾਕਟਰ ਹਰਸ਼ਦੀਪ ਕੌਰ ਹੈਗੇ ਆ, ਉਹਨਾਂ ਦਾ ਨਾਂ ਪ੍ਰਪੋਜ਼ਲ ਦੇ ਵਿੱਚ ਕੁਝ ਲੋਕਾਂ ਨੇ ਕਿਹਾ ਤੇ ਉਹ ਅਗਰੀ ਹੋਏ ਕਿ ਵੀ ਹਾਂ ਠੀਕ ਆ। ਉਹ ਹਰਸ਼ਿੰਦਰ, ਹਾਂ ਠੀਕ ਹੈ, ਤੇ ਉਹ ਡਾਕਟਰ ਹਰਸ਼ਿੰਦਰ ਨੂੰ ਨਾਲ ਲਾਇਆ ਜਾਊਗਾ ਉਹ ਤਾਂ ਕਿ ਬੱਚੀਆਂ ਨਾਲ ਗੱਲ ਕਰ ਸਕਣ। ਸੈਕੰਡਲੀ ਉਹਨਾਂ ਦੀਆਂ ਕੰਪਲੇਂਟਸ ਨੂੰ ਅਨੋਨਿਮਸ ਵੀ ਰੱਖਿਆ ਜਾ ਸਕਦਾ। ਪੁਰਾਣੀਆਂ ਜਿਹੜੀਆਂ ਬੱਚੀਆਂ ਪੜ੍ਹ ਕੇ ਗਈਆਂ ਇੱਥੋਂ ਜਾਂ ਕੋਈ ਬੱਚਾ ਪੜ੍ਹ ਕੇ ਗਿਆ, ਉਹ ਵੀ ਆਪਦੀ ਕੰਪਲੇਂਟ ਦੇ ਸਕਦਾ ਕਿ ਵੀ ਮੇਰੇ ਨਾਲ ਇਹ ਹੋਇਆ, ਤੇ ਸਾਰੇ ਚੀਜ਼ ਨੂੰ ਅਨੋਨਿਮਸ ਰੱਖਿਆ ਜਾਊਗਾ ਤੇ ਨਹੀਂ ਕੀਤਾ ਜਾਊਗਾ ਇਹਦੇ ਵਿੱਚ। ਸੈਕੰਡ ਜਿਹੜੀ ਆਪਣੀ ਅਗਲੀ ਜਿਹੜੀ ਇਸ਼ੂ ਸੀਗਾ ਉਹ ਇਹ ਸੀਗਾ ਕਿ ਆਪਣਾ ਜਿਹੜਾ ਹੈਗਾ ਜਿਹੜਾ ਕਿ ਵੀ ਜਿਹੜੇ ਬੱਚਿਆਂ ਦੇ ਉੱਤੇ ਪਰਚੇ ਹੋਏ ਹੋਏ ਆ, ਜਿਹੜੇ ਨੌਜਵਾਨਾਂ ਤੇ ਪਰਚੇ ਹੋਏ ਆ, ਉਹ ਪਰਚਿਆਂ ਦੇ ਵਿੱਚ ਉਹਨਾਂ ਨੇ 21 ਡੇਜ਼ ਦਾ ਟਾਈਮ ਲਿਆ। 21 ਡੇਜ਼ 'ਚੋਂ ਕਹਿੰਦੇ ਵੀ ਇਹ ਪਰਚੇ ਨੂੰ ਸਾਨੂੰ ਪ੍ਰੋਸੀਜਰਲੀ ਖਤਮ ਕਰਨਾ ਪੈਂਦਾ, ਆਏ ਨਹੀਂ ਅਸੀਂ ਖਤਮ ਕਰ ਸਕਦੇ। ਤਾਂ ਉਹ ਇਨਵੈਸਟੀਗੇਸ਼ਨ ਕਰਕੇ ਪ੍ਰੋਸੀਜਰ ਨਾਲ ਇਹ ਪਰਚੇ ਨੂੰ ਖਤਮ ਕਰ ਦਿੱਤਾ ਜਾਊਗਾ।
ਉਹਨਾਂ ਦਿਨਾਂ ਦੌਰਾਨ ਉਹ 21 ਦਿਨ ਦੇ ਦੌਰਾਨ ਕਿਸੇ ਵੀ ਬੱਚੇ ਦੇ ਉੱਤੇ ਕਿਸੇ ਵੀ ਤਰੀਕੇ ਦੀ ਕੋਈ ਉਹਦੇ ਤੇ ਰੇਡ ਜਾਂ ਉਹਦੇ ਤੇ ਕੋਈ ਪਨਿਸ਼ਮੈਂਟ ਜਾਂ ਕਿਸੇ ਤਰੀਕੇ ਦਾ ਉਹਨੂੰ ਡਰ ਭੈ ਕਰਨ ਦੀ ਲੋੜ ਨਹੀਂ। ਦੇ ਕੈਨ ਕਮ ਟੂ ਦ ਯੂਨੀਵਰਸਿਟੀ। ਤੇ ਥੋੜਾ ਬਸ ਇਹ ਹੈ ਕਿ ਵੀ ਉਹਨਾਂ ਨੂੰ ਵਿਦਨ 21 ਡੇਜ਼ ਉਹ ਟਾਈਮ ਪੀਰੀਅਡ ਜ਼ਰੂਰ ਆ ਕਿ ਵੀ ਉਹ ਪ੍ਰੋਸੀਜਰ ਉਹ ਕਹਿੰਦੇ ਵੀ ਕੱਲ ਨੂੰ ਕੋਰਟ ਨਹੀਂ ਮੰਨਦੀ ਜਾਂ ਸਾਨੂੰ ਇਸ਼ੂਜ਼ ਆ ਜਾਂਦੇ ਹੈਗੇ ਆ ਕੱਲ ਨੂੰ, ਤੇ ਉਹ ਪ੍ਰੋਸੀਜਰ ਨਾਲ ਇੱਕ ਨਾ ਖਤਮ ਕੀਤਾ ਜਾਂਦਾ ਹੈ। ਸੈਕੰਡ ਗੱਲ ਇਹ ਹੈਗੀ ਆ ਕਿ ਜਿਹੜੇ ਪ੍ਰੋਫੈਸਰ ਨੇ ਇਹ ਸਾਰੀ ਕਤਾਹੀ ਕੀਤੀ ਜਿਹਦੇ ਕਰਕੇ ਇਹ ਸਭ ਕੁਝ ਹੋ ਰਿਹਾ ਉਹ ਇਸ ਟਾਈਮ ਹਸਪੀਟਲ 'ਚ ਆ। ਜਿੰਨੀ ਦੇਰ ਉਹ ਹਸਪੀਟਲ 'ਚ ਰਹੇਗਾ ਉਨੀ ਦੇਰ ਉਹ ਹਸਪੀਟਲ 'ਚ ਆ, ਪਰ ਜੇ ਉਹ ਹਸਪੀਟਲ ਤੋਂ ਰਿਲੀਵ ਹੋ ਜਾਂਦਾ ਕੱਲ ਨੂੰ ਤਾਂ ਉਹਨੂੰ 21 ਡੇਜ਼ ਹਲੇ ਜੇ ਹੋਏ ਨਾ ਹੋਣ ਤਾਂ ਉਦੋਂ ਪਹਿਲਾਂ ਉਹਨੂੰ ਸਸਪੈਂਡ ਕਰ ਦਿੱਤਾ ਜਾਊਗਾ। 21 ਡੇਜ਼ ਬਾਅਦ ਜਿਹੜੀ ਇਨਕੁਆਇਰੀ ਰਿਪੋਰਟ ਬਣੂਗੀ ਉਹਦੇ ਅਕੋਰਡਿੰਗਲੀ ਉਹਦੇ ਤੇ ਕਾਰਵਾਈ ਕੀਤੀ ਜਾਊਗੀ। ਮੈਂ ਨਾ ਇਸ ਮਸਲੇ ਨੂੰ ਸਿਰਫ ਪੰਜਾਬੀ ਯੂਨੀਵਰਸਿਟੀ ਨਾਲ ਨਹੀਂ ਜੋੜ ਰਹੀ, ਕਿਉਂਕਿ ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਏਗਾ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਵੀ ਇਹ ਮਸਲਾ ਸਾਹਮਣੇ ਆਇਆ ਸੀ। ਉੱਥੋਂ ਵਿਦਿਆਰਥੀਆਂ ਨੇ ਸਿੱਧਾ ਡਾਇਰੈਕਟ ਰਾਜਪਾਲ ਤੱਕ ਅਪਰੋਚ ਕੀਤੀ ਸੀ। ਉਹਨਾਂ ਨੇ ਜਦੋਂ ਉਹਨਾਂ ਨੂੰ ਲੱਗਿਆ ਕਿ ਯੂਨੀਵਰਸਿਟੀ ਪ੍ਰਸ਼ਾਸਨ ਸਾਡੀ ਨਹੀਂ ਸੁਣ ਰਹੀ ਤਾਂ ਅਸੀਂ ਸਿੱਧੇ ਡਾਇਰੈਕਟਰ ਰਾਜਪਾਲ ਨੂੰ ਦੱਸਦੇ ਹਾਂ ਕਿ ਪ੍ਰੋਫੈਸਰ ਕੀ ਕਰ ਰਹੇ ਨੇ, ਇਹ ਆਪਾਂ ਨਹੀਂ ਕਹਿ ਰਹੇ, ਵਿਦਿਆਰਥੀਆਂ ਕਹਿ ਰਹੀਆਂ ਸੀ ਵੀ ਚਿੱਠੀ ਉਹਨਾਂ ਦੀ ਰਾਜਪਾਲ ਤੱਕ ਗਈ ਹੈ। ਉਸ ਮਸਲੇ 'ਚ ਵੀ ਕੁਝ ਨਹੀਂ ਹੋਇਆ। ਉਹ ਮਸਲਾ ਜਿਹੜਾ ਉਦੋਂ ਹੋਇਆ ਸੀ, ਉਦੋਂ ਵਾਈਸ ਚਾਂਸਲਰ ਦੇ ਉੱਥੋਂ ਵੀ ਬਿਆਨ ਕੁਝ ਹੋਰ ਸਨ। ਮੇਰਾ ਮਤਲਬ ਕੰਸਰਨ ਇਹ ਹੈ ਕਿ ਇਹ ਮਸਲਾ ਕਿਤੇ ਇੱਥੇ ਹੀ ਖਤਮ ਨਾ ਹੋ ਜੇ। ਇਸ ਤੋਂ ਪਹਿਲਾਂ ਅਸੀਂ ਚੰਡੀਗੜ੍ਹ ਯੂਨੀਵਰਸਿਟੀ 'ਚ ਦੇਖਿਆ ਕਿ MMS ਵਾਲਾ ਇੱਕ ਪੂਰਾ ਪ੍ਰੋਪਰ ਮਾਮਲਾ ਹੋਇਆ, ਉਦੋਂ ਵੀ ਅਸੀਂ ਮਾਮਲੇ ਨੂੰ ਠੰਡਾ ਕਰ ਦਿੱਤਾ, ਕਹਿ ਦਿੱਤਾ ਕਿ ਹਾਂਜੀ ਕਾਰਵਾਈ ਹੋ ਗਈ ਹੈ, ਖਤਮ ਹੋ ਗਿਆ। ਪਰ ਖਤਮ ਨਹੀਂ ਹੋ ਰਿਹਾ, ਇਹ ਚੀਜ਼ ਅੱਗੇ ਵੱਧਦੀ ਜਾ ਰਹੀ ਹੈ ਵਿਦਿਅਕ ਅਦਾਰਿਆਂ ਦੇ ਵਿੱਚ ਤੇ ਕੁੜੀਆਂ ਬੋਲਦੀਆਂ ਨੇ, ਪਰ ਕਿਤੇ ਨਾ ਕਿਤੇ ਉਹ ਗੱਲ ਜਿਹੜੀ ਆ ਉਹ ਖਤਮ ਨਹੀਂ ਹੁੰਦੀ। ਇਹ ਜਿਹੜੇ ਇਸ਼ੂਜ਼ ਹੈਗੇ ਆ ਨਾ ਜੀ, ਇਹ ਸਿਵਲ ਰਾਈਟਸ ਦੇ ਇਸ਼ੂਜ਼ ਆ ਤੇ ਲੌਂਗਰ ਫਾਈਟ ਮੰਗਦੇ ਆ ਨਾ, ਸਟਰਗਲ, ਸਸਟੇਨਡ ਸਟਰਗਲ ਮੰਗਦੇ ਆ। ਕਿਉਂਕਿ ਇੱਕ ਇਸ਼ੂ ਉੱਠਦਾ ਆਪਾਂ ਉਹਦੇ ਤੇ ਤਾਂ ਸਸਟੇਨਡ ਇੱਕ ਲੜਾਈ ਥੋੜੀ ਦੇਰ ਵਾਸਤੇ ਲੜ ਸਕਦੇ ਆ, ਬਟ ਉਹਨੂੰ ਸਸਟੇਨਡ ਲੜਨ ਵਾਸਤੇ ਤੁਹਾਨੂੰ ਹਰੇਕ ਤਰ੍ਹਾਂ ਦੇ ਸਿਵਲ ਰਾਈਟਸ ਗਰੁੱਪਸ ਚਾਹੀਦੇ ਹੁੰਦੇ ਜਿਹੜੇ ਉਸ ਪਾਰਟਿਕੂਲਰ ਇਸ਼ੂ ਤੇ ਉਹ ਲੜਦੇ ਰਹਿਣ। ਇਸ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਯੂਨੀਵਰਸਿਟੀਜ਼ ਦੇ ਵਿੱਚ ਇਹ ਬਹੁਤ ਵੱਡੀ ਪ੍ਰੋਬਲਮ ਹੈ। ਯੂਨੀਵਰਸਿਟੀਜ਼, ਪ੍ਰੋਫੈਸ਼ਨਲ ਕਾਲਜਸ 'ਚ ਹੋਰ ਕਈ ਆਪਣਾ ਉਹਦੇ ਵਿੱਚ ਜਿੱਥੇ ਕੰਮਕਾਜ ਹੁੰਦਾ ਹੈ, ਲੈਟਸ ਸੇ ਇੰਪਲੋਇਮੈਂਟ ਗਰਲਸ ਸੀਕ ਕਰਦੀਆਂ, ਉੱਥੇ ਪ੍ਰੋਬਲਮਸ ਹੈਗੀਆਂ। ਮਤਲਬ ਇਹ ਇੱਕ ਜੈਨਰਿਕ ਪ੍ਰੋਬਲਮ ਹੈਗੀ ਆਪਣੇ ਸਮਾਜ ਦੀ, ਤੇ ਪੰਜਾਬ ਦੇ ਵਿੱਚ ਤਾਂ ਹੋਰ ਵੀ ਜ਼ਿਆਦਾ ਹੈ। ਸਭ ਤੋਂ ਵੱਡੀ ਦੁੱਖ ਵਾਲੀ ਗੱਲ ਹੈ ਕਿ ਜੇ ਯੂਨੀਵਰਸਿਟੀ ਦੇ ਵਿੱਚ ਹੋਵੇ ਤਾਂ ਆਪਾਂ ਸਮਝ ਲਓ ਇਹ ਹੈ ਕਿ ਆਪਾਂ ਭਰੂਣ ਹੱਤਿਆ ਨਾਲ ਉਹ ਬੱਚਾ ਨਹੀਂ ਮਾਰਿਆ ਹੈ, ਆਪਾਂ ਅੱਗੇ ਆ ਕੇ ਉਸ ਕੁੜੀ ਨੂੰ ਇੱਕ ਮਤਲਬ ਇੱਕ ਪਿਗਮਾਈਜ਼ਡ ਗਰੋਥ ਜਾਂ ਇੱਕ ਕਹਿ ਲਓ ਕਿ ਇੱਕ ਬੌਂਸਾਈ ਬਣਾਤਾ ਉਹਦੀ, ਮਤਲਬ ਉਹਦੇ ਜਿੱਥੇ ਫਲਾਰ ਕਰਨਾ ਸੀ, ਜਿੱਥੇ ਉਹਨੂੰ ਇੱਕ এনवायरमेंट ਮਿਲਣਾ ਸੀ, ਜਿੱਥੇ ਉਹਨੇ ਪੂਰਾ ਉਹਦੇ ਇੰਟੈਲੈਕਟ ਨੇ ਫੁੱਲਣਾ ਸੀ, ਆਪਾਂ ਉੱਥੇ ਭੈ ਦਾ ਤੇ ਐਕਸਪਲੋਇਟੇਸ਼ਨ ਦਾ ਤੇ ਇੱਕ ਜਿਹਨੂੰ ਆਪਾਂ ਕਹਿੰਦੇ ਵੀ ਉਹਨੂੰ ਐਕਸਪਲੋਇਟ ਕਰਨ ਦਾ ਇੱਕ এনवायरमेंट ਕ੍ਰੀਏਟ ਕਰਤਾ। ਉਸ ਦੇ ਅਗੇਂਸਟ ਲੜਨਾ ਪਹਿਲੀ ਗੱਲ ਤਾਂ ਜਿਹੜੇ ਲੋਕਾਂ ਤੇ ਇਹ ਹੁੰਦਾ ਉਹਦੇ ਵਾਸਤੇ ਬੜਾ ਮੁਸ਼ਕਲ ਹੈ ਇੱਕ ਲੜਕੀ ਵਾਸਤੇ ਗੱਲ ਆ ਕੇ ਕਹਿਣਾ, ਪਰ ਡੈਫੀਨੇਟਲੀ ਉਹਨੂੰ ਆਵਾਜ਼ ਉਠਾਉਣੀ ਪਊਗੀ। ਜਿਵੇਂ ਜਿਵੇਂ ਸਮਾਜ ਆਪਣੇ ਸਮਾਜ 'ਚ ਇੱਕ ਬਹੁਤ ਹੋਰ ਵੱਡੀ ਪ੍ਰੋਬਲਮ ਹੈਗੀ ਆ। ਫੋਰ ਐਗਜ਼ਾਮਪਲ ਇਹ ਬੱਚੀ ਦੀ ਡੈਥ ਹੋ ਗਈ ਹੈ ਨਾ, ਇਹ ਪਿੰਡ 'ਚੋਂ ਬਿਲੋਂਗ ਕਰਦੀ ਆ, ਜੇ ਉੱਥੇ ਉਹ ਕਹਿਣਗੇ ਪ੍ਰੋਫੈਸਰ ਨੇ ਐਂ ਕਿਹਾ ਉਹ ਕਿਹਾ ਤਾਂ ਉਹਦੇ ਰੋਂਗ ਕਨੋਟੇਸ਼ਨਸ ਕੱਢਣ ਲੱਗ ਜਾਂਦੇ ਆ ਕਿ ਫਿਰ ਇਹ ਮਰ ਗਈ ਹੋਵੇ ਜਾਂ ਇਹ ਆ ਹਨਾ। ਇਹ ਸਮਾਜ ਨੂੰ ਵੀ ਇਹਦੇ ਵਾਸਤੇ ਬਹੁਤ ਸੋਚਣਾ ਪਊ, ਇਹਨਾਂ ਚੀਜ਼ਾਂ ਨੂੰ ਬੜੀ ਪੋਜ਼ਿਟਿਵਲੀ ਲੈ ਕੇ ਫਾਈਟ ਕਰਨਾ ਪਊਗਾ। ਜੇ ਕੋਈ ਬੱਚੀ ਆ ਕੇ ਕੰਪਲੇਂਟ ਕਰਦੀ ਆ ਤਾਂ ਆਪਾਂ ਉਸ ਬੱਚੀ ਨੂੰ ਕਲਪਰੇਟ ਸਭ ਤੋਂ ਪਹਿਲਾਂ ਬਣਾ ਦਿੰਦਾ ਆਪਣਾ ਸਮਾਜ। ਜੇ ਉਹ ਬਾਈ ਚਾਂਸ ਉਹਦੀ ਡੈਥ ਹੋ ਜੇ ਤਾਂ ਆਪਾਂ ਪਹਿਲਾਂ ਉਹਦੇ ਤੇ ਉਂਗਲਾਂ 'ਚ। ਤੇ ਦੁੱਖ ਦੀ ਗੱਲ ਤਾਂ ਐਤਕੀ ਵਾਰ ਇਸ ਇਨਸੀਡੈਂਟ 'ਚ ਇਹ ਹੋਈ ਆ ਕਿ ਜਿਹੜੀਆਂ ਧਿਰਾਂ ਜਾਂ ਜਿਹੜੇ ਗਰੁੱਪਸ ਆਪਦੇ ਆਪ ਨੂੰ ਲੈਫਟ ਲਿਬਰਲ ਕਹਿੰਦੇ ਸੀ, ਫੈਮਿਨਿਜ਼ਮ ਦੀ ਗੱਲ ਕਰਦੀਆਂ ਸੀ, ਉਹ ਕੋਈ ਵੀ ਨਹੀਂ ਬੋਲੀ। ਇੱਕ ਕੋਮੋਰਬਿਡਿਟੀ ਮਤਲਬ ਇੱਕ ਸ਼ਬਦ ਅੱਜ ਕੱਲ੍ਹ ਕਿ ਉਹ ਐਗਰੀਵੇਟ ਹੋਈ ਆ, ਉਸ ਬੱਚੀ ਦੇ ਉੱਤੇ ਪ੍ਰੈਸ਼ਰ ਪਿਆ ਤਾਂ ਜਿਹੜੀ ਉਹਦੀ ਬਿਮਾਰੀ ਉਹ ਐਗਰੀਵੇਟ ਹੋਈ। ਕੋਈ ਫੈਮਿਨਿਸਟ ਨਹੀਂ ਬੋਲ ਰਹੀ, ਕੋਈ ਬੋਲ ਰਹੀ। ਇੱਥੇ ਲੜ ਵੀ ਕਿਹੜੇ ਰਹੇ ਆ ਹਨਾ, ਬੰਦੇ ਲੜ ਰਹੇ ਆ ਔਰਤਾਂ ਦੀ ਇੱਕ ਰਾਈਟ ਵਾਸਤੇ ਹਨਾ, ਤੇ ਉਹ ਧਿਰਾਂ ਸਾਰੀਆਂ ਕਿੱਥੇ ਗਾਇਬ ਹੋ ਗਈਆਂ। ਮੈਨੂੰ ਤਾਂ ਇਹ ਨਹੀਂ ਸਮਝ ਆਈ ਪੰਜਾਬ 'ਚ ਅਚਾਨਕ ਹੀ। ਇੱਕ ਹੋਰ ਚੀਜ਼ ਬੜੀ ਮਤਲਬ ਜਦੋਂ ਇਹ ਚੀਜ਼ ਹੋਈ ਨਾ, ਮੈਨੂੰ ਉਸ ਚੀਜ਼ ਨੇ ਇੱਕਦਮ ਹੀ ਦਿਮਾਗ 'ਚ ਬੜਾ ਮਤਲਬ ਮੇਰੇ ਸਟਿੰਗ ਕੀਤਾ। ਉਹ ਕਿਉਂ? ਕਿਉਂਕਿ ਮੌਬ ਲਿੰਚਿੰਗ ਅਸੀਂ ਜਦੋਂ ਵੀ ਸੁਣੀ, ਅਸੀਂ ਸਾਡੇ ਬਾਹਰਲੇ ਸੂਬਿਆਂ 'ਚ ਸੁਣੀ। ਜਦੋਂ ਯੂਨੀਵਰਸਿਟੀ 'ਚ ਇਹ ਕਾਂਡ ਹੁੰਦਾ ਤਾਂ ਇੱਕ ਟਰਮ ਨਿਕਲ ਕੇ ਆਈ ਕਿ ਯੂਨੀਵਰਸਿਟੀ 'ਚ ਮੌਬ ਲਿੰਚਿੰਗ ਹੋਈ ਹੈ, ਪ੍ਰੋਫੈਸਰ ਸੁਰਜੀਤ ਦੇ ਨਾਲ ਜੋ ਕੁੱਟਮਾਰ ਹੋਈ ਹੈ, ਉਹ ਇੱਕ ਭੀੜ ਨੇ ਆ ਕੇ ਇੱਕਦਮ ਹਮਲਾ ਕੀਤਾ। ਇਹਨੂੰ ਮੌਬ ਲਿੰਚਿੰਗ ਕਹਿਣਾ ਕਿੱਥੋਂ ਕੁ ਤੱਕ ਜਾਇਜ਼ ਹੈ? ਨਹੀਂ, ਇਹ ਤਾਂ ਵੈਸੇ ਪਹਿਲੀ ਗੱਲ ਤਾਂ ਐ ਆ ਕਿ ਜੇ ਤੁਸੀਂ ਮੋਸਟ ਓਪਨ ਸੁਸਾਇਟੀਜ਼ ਵਰਲਡ ਦੀਆਂ ਲੈ ਲਓ ਹਨਾ, ਪੱਛਮ ਨੂੰ, ਜਿੱਥੇ ਇਹਨਾਂ ਗੱਲਾਂ ਨੂੰ ਉਹ ਬਿਲਕੁਲ ਖੁੱਲ੍ਹ ਦਿੰਦੇ ਆ, ਉੱਥੇ ਵੀ ਡਾਕਟਰ ਪੇਸ਼ੈਂਟ ਦਾ ਰਿਲੇਸ਼ਨਸ਼ਿਪ, ਸਟੂਡੈਂਟ ਤੇ ਟੀਚਰ ਦਾ ਤੇ ਸਟੂਡੈਂਟ ਦਾ ਕੋਈ ਵੀ ਰਿਲੇਸ਼ਨਸ਼ਿਪ ਹੈਗਾ, ਉਹਨੂੰ ਮਾੜਾ ਹੀ ਗਿਣਿਆ ਜਾਂਦਾ। ਮਤਲਬ ਉਹਦੇ ਵਿੱਚ
ਟੀਚਰ ਨੂੰ ਪਨਿਸ਼ਮੈਂਟ ਜਾਂ ਡਾਕਟਰ ਨੂੰ ਪਨਿਸ਼ਮੈਂਟ। ਜੇ ਇਹ ਜੀ ਇੱਕ ਲੈਟਰ ਜਿਹੜੀ 15 ਦੀ ਇੱਥੇ ਅਸੀਂ ਇਨਕੁਆਇਰੀ ਬਿਠਾ ਰਹੇ ਹਾਂ, ਜੇ ਇਹੀ ਕਿਸੇ ਲਿਬਰਲ ਸੁਸਾਇਟੀ 'ਚ ਹੋਇਆ ਹੁੰਦਾ ਤਾਂ ਅੱਜ ਤੱਕ ਉਹ ਟੀਚਰ ਬਰਖਾਸਤ ਹੋਇਆ ਹੋਣਾ ਸੀ ਤੇ ਉਹਦੇ ਅਗੇਂਸਟ ਪਰਚਾ ਦਰਜ ਹੋ ਜਾਣਾ ਸੀਗਾ ਕਿ ਵੀ ਹਾਂ ਠੀਕ ਆ, ਬਾਅਦ 'ਚ ਵੇਖ ਲਾਂਗੇ ਜੇ ਠੀਕ ਹੈ ਕਿ ਨਹੀਂ ਹੈ। ਪਰ ਅਸੀਂ ਸਾਡੇ ਤਾਂ ਅਨਫੋਰਚੂਨੇਟ ਗੱਲ ਆ ਕਿ ਅਕੈਡਮੀ ਹੈ ਜਿਹੜਾ ਪੜ੍ਹਿਆ ਲਿਖਿਆ ਹੈਗਾ ਹੈ, ਉਹ ਸ਼ਾਇਦ ਮਤਲਬ ਆਪਦੀ ਵੈਲਿਊਜ਼ ਹੀ ਖੋ ਚੁੱਕਿਆ, ਉਹ ਬਾਹਰ ਵਾਲੀਆਂ ਵੈਲਿਊਜ਼ ਵੀ ਨਹੀਂ ਇੰਬਾਈਬ ਕਰ ਸਕਿਆ ਤੇ ਬਹੁਤ ਹੈ। ਰੈਕਨਲੀ ਗੱਲ ਕਹੀਏ ਮੌਬ ਲਿੰਚਿੰਗ ਦੀ, ਮੌਬ ਲਿੰਚਿੰਗ ਬਿਲਕੁਲ ਨਹੀਂ ਹੋਈ। ਉਹਦੀ ਆਪਦੀ FIR ਪ੍ਰੋਫੈਸਰ ਦੀ ਇਹ ਕਹਿੰਦੀ ਆ ਕਿ VC ਨੇ ਕਿਹਾ ਕਿ ਵੀ ਬਾਹਰ ਬੱਚੇ ਬਹੁਤ ਗੁੱਸੇ 'ਚ ਆ। ਠੀਕ ਹੈ, ਜੇ ਬੱਚੇ ਬਾਹਰ ਗੁੱਸੇ 'ਚ ਆ ਤਾਂ ਨੈਚੁਰਲੀ ਇਹ ਗੱਲ ਆ ਕਿ ਵੀ ਉਹਨਾਂ ਨੇ ਕੁਝ ਭੜਕਾਹਟ ਦਾ ਕਾਰਨ ਹੋਊਗਾ, ਉਹ ਜਿਹੜਾ ਬੋਇਲ ਹੋ ਰਿਹਾ ਬਹੁਤ ਦੇਰ ਤੱਕ। ਕੱਲ ਨੂੰ ਫਿਰ ਤਾਂ ਤੁਸੀਂ ਇਹ ਕਹੋਗੇ ਕਿ ਵੀ ਫ੍ਰੈਂਚ ਐਂਪਰਰ ਦੀ ਵੀ ਮੌਬ ਲਿੰਚਿੰਗ ਹੋਈ ਸੀ ਹੈ, ਕੱਲ ਨੂੰ ਕਹੋਗੇ ਵੀ ਬੰਦਾ ਬਹਾਦਰ ਨੇ ਜਿਹੜਾ ਆ ਕੇ ਵਜੀਦ ਖਾਨ ਨੂੰ ਸਜ਼ਾ ਦਿੱਤੀ ਉਹ ਵੀ ਮੌਬ ਲਿੰਚਿੰਗ ਆ ਫਿਰ ਤਾਂ, ਹੈ ਨਾ। ਮੌਬ ਕਦੋਂ, ਮੌਬ ਲਿੰਚਿੰਗ ਬਿਲਕੁਲ ਡਿਫਰੈਂਟ ਸ਼ਬਦ ਆ। ਤੇ ਇਹ ਆ ਕਿ ਵੀ ਇਹ ਜਿਹੜੀ ਮੌਬ ਲਿੰਚਿੰਗ ਨਹੀਂ ਹੋਈ, ਇਹ ਇੱਕ ਗੁੱਸਾ, ਇੱਕ ਲਾਵਾ ਜਿਹੜਾ ਅੰਦਰ ਬਣਿਆ ਹੋਇਆ ਸੀ ਉਹ ਫੁੱਟਿਆ। ਤੇ ਉਹਦੇ 'ਚ ਵੀ ਉਦੋਂ ਫੁੱਟਿਆ ਜਦੋਂ ਈਵਨ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਜਿਹੜਾ ਉਹਦਾ ਬਾਡੀ ਲੈਂਗੁਏਜ ਸੀ ਪ੍ਰੋਫੈਸਰ ਦੀ ਬਹੁਤ ਹੀ ਬੇਹੂਦੀ ਸੀਗੀ। ਹੀ ਵਾਸ ਨਾਟ ਰੈਪੀਟੈਂਟ, ਹੀ ਵਾਸ ਮਤਲਬ ਉਹ ਅੱਗੋਂ ਅਗਰੈਸਿਵ ਹੋ ਰਿਹਾ ਸੀਗਾ ਤੇ ਉਹ ਕੁੜੀਆਂ ਨੇ। ਇਹਦਾ ਮੈਂ ਜਵਾਬ ਐਵੇਂ ਵੀ ਲੈਣਾ ਚਾਹੂੰਗੀ ਕਿ ਜਦੋਂ ਤੁਹਾਡੀ ਇਹ ਇੰਟਰਵਿਊ ਚੱਲਣੀ ਹੈ ਨਾ, ਦੇਖਣ ਵਾਲੇ ਨੇ ਕਹਿਣਾ ਕਿ ਇਹ ਸਿੱਖ ਹੈ, ਇਹ ਵਰਸਸ ਕਾਮਰੇਡ ਇਹ ਮਸਲਾ ਆ। ਮੈਂ ਤੁਹਾਨੂੰ ਚਾਹੂੰਗੀ ਵੀ ਤੁਸੀਂ ਉਹ ਤਰਕ ਦੇ ਨਾਲ ਜਵਾਬ ਦੇ ਦਿਓ। ਜੇ ਕੋਈ ਲੈਫਟ ਦੀ ਆਈਡੀਓਲੋਜੀ ਫੋਲੋ ਕਰਦਾ ਹੈ ਜਾਂ ਕੁਛ ਆ ਹੈ, ਉਹ ਅੱਜ ਸੋਚਦਾ ਹੋ ਸਕਦਾ, ਕੱਲ ਨੂੰ ਨਹੀਂ ਸੋਚਦਾ ਹੋ ਸਕਦਾ। ਥਾਟ ਤਾਂ ਕਿਸੇ ਦੀ ਵੀ ਰੁਕਾਵਟ ਨਹੀਂ ਗਈ ਕਿ ਵੀ ਉਹ ਕਿਸੇ ਧੜੇ 'ਚ ਉਸ ਗੱਲ ਤੇ ਫਿੱਟ ਹੋ ਜੇ, ਹੈ ਨਾ। ਮੈਂ ਲੈਫਟ ਦੇ ਬਾਰੇ ਬਹੁਤ ਕੁਝ ਪੜ੍ਹਿਆ ਕਿ ਮੈਂ ਹੁਣ ਮਤਲਬ ਉਹ ਕਿਸੇ ਧੜੇ 'ਚ ਜਾਂਦਾ ਰਿਹਾ, ਉਹਨਾਂ ਦੇ ਨਹੀਂ ਚੱਲ ਗਿਆ ਨਾ। ਸੋ ਇਹ ਗੱਲ ਉਹਨਾਂ ਨੂੰ ਵੀ ਕਹਿਣੀ ਸੋਭਾ ਨਹੀਂ ਦਿੰਦੀ। ਮੇਰਾ ਖਿਆਲ ਇਹ ਲੈਫਟ ਕਾਮਰੇਡ ਸਿੱਖ ਫਲਾਨੀ ਚੀਜ਼ ਚੋਂ ਨਿਕਲ ਕੇ ਮੇਰਾ ਖਿਆਲ ਆਪਦੀ ਬੱਚੀ ਵੱਲ ਵੇਖ ਕੇ ਉਧਰ ਅੰਤਰ ਝਾਤ ਮਾਰਨ, ਠੀਕ ਹੈ ਨਾ। ਤੇ ਸ਼ਾਇਦ ਪਤਾ ਲੱਗੇ ਕਿ ਇਹ ਮਸਲਾ ਇਨਸਾਨੀਅਤ ਦਾ ਹੈ, ਇਹ ਇੱਕ ਵੈਲਿਊ ਸਿਸਟਮ ਦਾ ਮਸਲਾ ਹੈ, ਕਿਸੇ ਦਾ ਨਹੀਂਗਾ। ਇਹ ਪ੍ਰੋਫੈਸਰ ਵੀ ਜਿਹੜੇ ਅੱਜ ਪ੍ਰੋਫੈਸਰ ਸੁਰਜੀਤ ਨਾਲ ਖੜੇ ਹੋ, ਮੈਂ ਕਹਿੰਦਾ ਸ਼ਾਮ ਨੂੰ ਜਾ ਕੇ ਇਹੀ ਗੱਲਾਂ ਸਾਰੀਆਂ ਜਾ ਕੇ ਜੋ ਕਰ ਰਿਹਾ, ਜੋ ਕਰਦਾ, ਉਹ ਆਪਦੇ ਡਾਈਨਿੰਗ ਟੇਬਲ ਤੇ ਆਪਦੀ ਡਾਟਰਸ ਨਾਲ ਡਿਸਕਸ ਕਰਨ, ਫਿਰ ਉਹਨਾਂ ਨੂੰ ਪੁੱਛਣ ਮੈਨੂੰ ਬਿਹੇਵੀਅਰ ਕਿਹੋ ਜਿਹਾ ਕਰਨਾ ਚਾਹੀਦਾ। ਇਹੀ ਮੈਂ ਉਹਨਾਂ ਲੋਕਾਂ ਨੂੰ ਕਹੂੰਗਾ ਜਿਹੜੇ ਕਹਿਣਗੇ ਕਿ ਵੀ ਇਹ ਉਹ ਫਲਾਣੇ ਆ ਧਿਰ 'ਚ। ਤੇ ਮੈਂ ਤਾਂ ਸਿਰਫ ਇਹੀ ਕਹੂੰਗਾ ਕਿ ਉਹ ਆਪਦੀ ਬੱਚੀ ਨੂੰ, ਬੇਟੀ ਨੂੰ ਜਾ ਕੇ ਪੁੱਛਣ ਕਿ ਜਾਂ ਆਪਦੀ ਭੈਣ ਨੂੰ ਪੁੱਛਣ ਕਿ ਵੀ ਆਹ ਇਨਸੀਡੈਂਟ ਹੋ ਗਿਆ, ਹੁਣ ਦੱਸ ਮੈਨੂੰ ਕੀ ਰਿਐਕਸ਼ਨ ਕਰਨਾ ਚਾਹੀਦਾ। ਜੇ ਉਹਦੇ ਪਰਿਵਾਰ ਇਹ ਕਹਿੰਦਾ ਕਿ ਨਹੀਂ ਤੂੰ ਇਹਨੂੰ ਕਾਮਰੇਡ ਉੱਤੇ ਫਲਾਣੇ ਧੜਿਆਂ 'ਚ ਵੰਡ ਕੇ ਤੇ ਖੋਰੂ ਕਰਦੇ ਤੇ ਫੇਰ ਬਹੁਤ ਚੰਗੀ ਗੱਲ ਕਰੋ। ਫਿਰ ਤੁਸੀਂ ਅੱਜ ਜੋ ਵੀ ਅੰਦਰ ਡਿਸਾਈਡ ਹੋਇਆ ਮੀਟਿੰਗ ਦੇ ਵਿੱਚ, ਉਦੋਂ ਪਰਸਨਲੀ ਸੈਟੀਸਫਾਈਡ ਹੋ? ਹਾਂ, ਮੈਂ ਪਰਸਨਲੀ ਸੈਟੀਸਫਾਈਡ ਹਾਂ, ਬਟ ਡੈਫੀਨਿਟਲੀ ਕੌਸ਼ੀਅਸ ਰਹਿਣਾ ਚਾਹੀਦਾ। ਮੈਂ ਇਹ ਕਹੂੰਗਾ ਸਟੂਡੈਂਟ ਧਿਰਾਂ ਨੂੰ ਤੇ ਜਿਹੜੇ ਸਪੋਰਟ ਗਰੁੱਪਸ ਹੈਗੇ ਉਹਨਾਂ ਨੂੰ ਕਿ ਵੀ ਇਹਦੇ ਤੇ ਲੈਕਸ ਨਾ ਕਰਨ। ਲੈਟਸ ਵੇਟ ਕਿ 21 ਡੇਜ਼ ਬਾਅਦ ਕਈ ਵਾਰੀ ਜਸਟਿਸ ਦੇਣ ਦੀ ਬਜਾਏ ਜਸਟਿਸ ਡਿਲੇ ਕਰਕੇ ਰਫਾ ਦਫਾ ਵੀ ਕਰ ਦਿੱਤਾ ਜਾਂਦਾ ਹੈ। ਕੌਸ਼ੀਅਸ ਰਹਿਣ, ਉਹਦੇ ਤੇ ਬਾਜ਼ ਅੱਖ ਬਣਾਈ ਰੱਖਣ ਹੈ ਕਿ ਵੀ ਇਹ ਜਾ ਕਿੱਧਰ ਰਹੀ ਹੈ ਮੂਵ ਗੱਲ। ਬਹੁਤ ਬਹੁਤ ਸ਼ੁਕਰੀਆ ਅਜੇਪਾਲ ਬਰਾੜ ਜੀ ਸਾਡੇ ਨਾਲ ਗੱਲਬਾਤ ਕਰਨ ਲਈ। ਤਾਂ ਇਹ ਸਨ ਅਜੇਪਾਲ ਬਰਾੜ ਜਿਹੜੇ ਮੀਟਿੰਗ ਦੇ ਵਿੱਚ ਰਹੇ ਨੇ, ਗੱਲਬਾਤ ਕਰਕੇ ਆਏ ਨੇ। ਜਦੋਂ ਅੰਦਰ ਗੱਲਬਾਤ ਜਿਹੜੀ ਹੈ ਉਹ ਹੋ ਰਹੀ ਸੀਗੀ ਕਿ ਆਖਿਰ ਇਹ ਮਸਲੇ ਨੇ ਕਿੱਧਰ ਨੂੰ ਜਾਣਾ ਹੈ, ਕਿਉਂਕਿ ਵਿਦਿਆਰਥੀ ਤਾਂ ਪ੍ਰੋਟੈਸਟ ਕਰ ਰਹੇ ਨੇ, ਵਾਈਸ ਚਾਂਸਲਰ ਆਪਣਾ ਦਲੀਲ ਦੇ ਰਹੇ ਨੇ, ਇਸ ਤੋਂ ਇਲਾਵਾ ਦੋ ਪੱਖ ਜਿਹੜੇ ਵੱਖਰੇ ਵੱਖਰੇ ਯੂਨੀਵਰਸਿਟੀ 'ਚ ਉਹ ਚੱਲ ਰਹੇ ਨੇ। ਪਰ ਮਸਲਾ ਇਹ ਹੈ ਕਿ ਯੂਨੀਵਰਸਿਟੀ ਦੇ ਵਿੱਚ ਕੁੜੀਆਂ ਦਾ ਜੋ ਗੁੱਸਾ ਫੁੱਟਿਆ, ਕੁੜੀਆਂ ਨੇ ਜੋ ਲਿਖ ਕੇ ਦਿੱਤਾ ਕਿ ਸਾਡੇ ਨਾਲ ਯੂਨੀਵਰਸਿਟੀ 'ਚ ਅਜਿਹਾ ਕੁਝ ਹੋ ਰਿਹਾ, ਕਿਉਂਕਿ ਜਸ਼ਨਦੀਪ ਇਸ ਦੁਨੀਆ ਤੋਂ ਚਲ ਗਈ ਹੈ, ਉਸਦੇ ਮਾਪਿਆਂ ਨੇ ਅੰਤਿਮ ਸੰਸਕਾਰ ਜਸ਼ਨਦੀਪ ਦਾ ਕਰ ਦਿੱਤਾ ਹੈ। ਪਰ ਉਸ ਤੋਂ ਬਾਅਦ ਕੋਈ ਅਜਿਹਾ ਮਾਹੌਲ ਯੂਨੀਵਰਸਿਟੀ ਦੇ ਵਿੱਚ ਮੁੜ ਤੋਂ ਨਾ ਸਿਰਜਿਆ ਜਾ ਸਕੇ ਜਿਸ ਕਰਕੇ ਕਿਸੇ ਦੇ ਉੱਤੇ ਕੋਈ ਮਾਨਸਿਕ ਪਰੇਸ਼ਾਨੀ, ਮਾਨਸਿਕ ਤਣਾਅ ਜਿਹੜਾ ਉਹ ਪੈਦਾ ਹੋਵੇ, ਤਾਂ ਉਸ ਨੂੰ ਰੋਕਣਾ ਬੇहद ਜ਼ਰੂਰੀ ਹੈ। ਇਸ ਕਰਕੇ ਅਜੇਪਾਲ ਬਰਾੜ ਕਹਿ ਰਹੇ ਨੇ ਕਿ ਸਾਰੀਆਂ ਚੀਜ਼ਾਂ ਨੂੰ ਬੜੀ ਬਰੀਕੀ ਦੇ ਨਾਲ ਸਮਝਣਾ ਵੀ ਬੇहद ਲਾਜ਼ਮੀ ਹੈ, ਇਹ ਸਮੇਂ ਦੀ ਲੋੜ ਹੈ। ਕੈਮਰਾਮੈਨ ਹਰਵਿੰਦਰ ਸਿੰਘ ਦੇ ਨਾਲ ਮੈਂ ਨਵਜੋਤ ਕੌਰ, ਪੰਜਾਬੀ ਯੂਨੀਵਰਸਿਟੀ ਪਟਿਆਲਾ।